ਧੰਨ ਗੁਰੂ ਰਾਮਦਾਸ ਜੀ ਪਰਿਵਾਰ ਨਾਲ ਜੁੜੀ ਹੋਈ ਸਾਰੀ ਹੀ ਸੰਗਤ ਦਾ ਬਹੁਤ ਬਹੁਤ ਧੰਨਵਾਦ। ਸਾਰਿਆਂ ਦਾ ਟੀਮ ਵੱਲੋਂ ਬਹੁਤ ਬਹੁਤ ਸ਼ੁਕਰੀਆ। ਬੇਨਤੀ ਕਰਾਂਗਾ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਹੋਰ ਸੰਗਤਾਂ ਦਾ ਵੀ ਭਲਾ ਹੋ ਸਕੇ। ਲਾਈਕ ਕਮੈਂਟ ਕਰਕੇ ਆਪਣਾ ਪਿਆਰ ਤੇ ਆਸ਼ੀਰਵਾਦ ਜ਼ਰੂਰ ਦਿਆ ਕਰੋ। ਅੱਜ ਅਸੀਂ ਗੱਲ ਕਰਾਂਗੇ ਧੰਨ ਬਾਬਾ ਆਨੰਦ ਸਿੰਘ ਜੀ ਦੇ ਜੀਵਨ ਵਿੱਚ ਹੋਈ ਘਟਨਾ ਬਾਰੇ। ਸ਼ੁਰੂ ਕਰਨ ਤੋਂ ਪਹਿਲਾਂ ਧੰਨ ਗੁਰੂ ਰਾਮਦਾਸ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ, ਨਾਲ ਹੀ ਦਿੱਤੀ ਹੋਈ ਘੰਟੀ ਨੂੰ ਵੀ ਦਬਾ ਲਓ। ਇਹਦੇ ਨਾਲ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇਗੀ। ਧੰਨ ਬਾਬਾ ਆਨੰਦ ਸਿੰਘ ਜੀ ਤਪੱਸਿਆ ਕਰਦੇ ਹੋਏ ਸ਼੍ਰੀ ਅੰਮ੍ਰਿਤਸਰ ਸਾਹਿਬ ਸੰਤ ਅਰਜਨ ਦਾਸ ਜੀ ਉਦਾਸੀ ਕੋਲ ਪਹੁੰਚੇ। ਉੱਥੇ ਜਾ ਬਾਬਾ ਆਨੰਦ ਸਿੰਘ ਜੀ ਨੇ ਡੇਰਾ ਲਾਇਆ। ਇਹ ਸੰਤ ਵੀ ਸ਼ੇਰਪੁਰੇ ਦੇ ਸਨ ਤੇ ਬਾਬਾ ਜੀ ਦੇ ਨਾਲ ਬਹੁਤ ਪਿਆਰ ਕਰਦੇ ਸੀ। ਕਈ ਦਿਨ ਉੱਥੇ ਮਹਾਂਪੁਰਸ਼ ਉੱਥੇ ਰਹੇ। ਕਈ ਦਿਨ ਬਾਬਾ ਆਨੰਦ ਸਿੰਘ ਜੀ ਉਹਨਾਂ ਕੋਲ ਰਹੇ, ਪਰਮਾਰਥ ਦੀਆਂ ਵਿਚਾਰਾਂ ਕੀਤੀਆਂ। ਕੁਝ ਦਿਨ ਬਾਅਦ ਬਾਬਾ ਆਨੰਦ ਸਿੰਘ ਜੀ ਰੁੜਕੀ ਪਹੁੰਚੇ। ਇੱਥੇ ਬਾਬਾ ਆਨੰਦ ਸਿੰਘ ਜੀ ਨੇ 1 ਮਹੀਨਾ ਗੁਰਦੁਆਰੇ ਦੀ ਸੇਵਾ ਕੀਤੀ। ਸੰਗਤ ਦਾ ਬਹੁਤ ਪਿਆਰ ਹੋਣ ਕਾਰਨ ਬਾਬਾ ਆਨੰਦ ਸਿੰਘ ਜੀ ਹਰ ਵਕਤ ਸੇਵਾ ਕਰਦੇ ਰਹਿੰਦੇ ਸੀ। ਸੰਗਤਾਂ ਦਾ ਬਹੁਤ ਪਿਆਰ ਹੋਣ ਕਾਰਨ ਹਰ ਵਕਤ ਇਕੱਠ ਬਣਿਆ ਰਹਿੰਦਾ ਸੀ। ਬਾਬਾ ਆਨੰਦ ਸਿੰਘ ਜੀ ਕੋਲ ਹਰ ਵਕਤ ਇਕੱਠ ਹੋਇਆ ਰਹਿੰਦਾ ਸੀ। ਮਹਾਰਾਜ ਜੀ ਦਾ ਬਾਬਾ ਆਨੰਦ ਸਿੰਘ ਜੀ ਦਾ ਮਨ ਇੱਥੋਂ ਉਪਰਾਮ ਹੋ ਗਿਆ। ਬਾਬਾ ਆਨੰਦ ਸਿੰਘ ਜੀ ਦਾ ਫੁਰਨਾ ਫਿਰ ਮਨ ਕੀਤਾ ਕਿਉਂ ਨਾ ਹਜ਼ੂਰ ਸਾਹਿਬ ਚਲੇ ਚੱਲੀਏ। ਬਾਬਾ ਜੀ ਤੁਰਨ ਲੱਗੇ ਤੇ ਸੰਗਤਾਂ ਨੇ ਬਾਬਾ ਜੀ ਨੂੰ ਮਾਇਆ ਦੇਣ ਦੀ ਕੋਸ਼ਿਸ਼ ਕੀਤੀ, ਲੇਕਿਨ ਬਾਬਾ ਜੀ ਨੇ ਇਨਕਾਰ ਕਰ ਦਿੱਤਾ। ਬਹੁਤ ਹੀ ਮਜਬੂਰ ਕਰਨ ਤੇ ਬਾਬਾ ਆਨੰਦ ਸਿੰਘ ਜੀ ਨੇ ਕਹਿਤਾ ਵੀ ਟਿਕਟ ਲੈ ਦਿਓ। ਸੰਗਤ ਨੇ ਸ਼੍ਰੀ ਹਜ਼ੂਰ ਸਾਹਿਬ ਨੰਦੇੜ ਦੀ ਟਿਕਟ ਲੈ ਕੇ ਬਾਬਾ ਜੀ ਨੂੰ ਗੱਡੀ ਚੜ੍ਹਾ ਦਿੱਤਾ। ਬਾਬਾ ਆਨੰਦ ਸਿੰਘ ਜੀ ਹਜ਼ੂਰ ਸਾਹਿਬ ਪਹੁੰਚ ਗਏ। ਉੱਥੇ 1 ਸਾਲ ਰਹੇ ਤੇ ਗਾਗਰ ਦੀ ਸੇਵਾ ਕੀਤੀ। ਗਾਗਰ ਦੀ ਸੇਵਾ ਇਸ ਪ੍ਰਕਾਰ ਹੁੰਦੀ ਹੈ ਕਿ ਸਤਿਗੁਰੂ ਜੀ ਦੇ ਇਸ਼ਨਾਨ ਵਾਸਤੇ ਰਾਤ ਦੇ 1 ਵਜੇ ਗੋਦਾਵਰੀ ਨਦੀ ਤੋਂ ਜਲ ਲਿਆਇਆ ਕਰਦੇ ਸੀ। ਜਲ ਲਿਆਇਆ ਜਾਂਦਾ। ਇਹ ਸੇਵਾ ਕੇਵਲ ਮਹਾਂਪੁਰਸ਼ਾਂ ਦੇ ਹਿੱਸੇ ਆਈ ਹੈ। ਸੋ ਬਾਬਾ ਜੀ ਨੇ ਪੂਰਾ 1 ਸਾਲ ਇਹ ਸੇਵਾ ਨਿਭਾਈ। ਕਈ ਕੌਤਕ ਕੀਤੇ, ਬੜੇ ਰੰਗ ਦਿਖਾਏ, ਜਿਵੇਂ ਕਿ ਸੂਰਜ ਦੀਆਂ ਕਿਰਨਾਂ, ਰੇਤ ਦੇ ਜ਼ਰੇ ਗਿਣਤੀ ਵਿੱਚ ਨਹੀਂ ਆ ਸਕਦੇ ਨਾ, ਇਸੇ ਤਰ੍ਹਾਂ ਮਹਾਂਪੁਰਸ਼ਾਂ ਦੇ ਕੌਤਕ ਗਿਣੇ ਨਹੀਂ ਜਾ ਸਕਦੇ। ਸਾਧ ਕੀ ਮਹਿਮਾ ਵੇਦ ਨਾ ਜਾਣੇ। ਭਾਵ ਸਾਧ ਸੰਗਤ ਜੀ, ਜਿਹੜੇ ਵੇਦਾਂ ਵਿੱਚ ਜੋ ਕੁਝ ਲਿਖਿਆ ਹੋਇਆ ਉਹ ਪੜ੍ਹਨ ਤੇ ਸੁਣਨ ਵਿੱਚ ਆ ਸਕਦਾ ਹੈ, ਪਰ ਸੰਤ ਮਹਾਂਪੁਰਸ਼ਾਂ ਨੂੰ ਰੋਜ਼ ਅਗੰਮੀ ਬਾਣੀ ਨਵੀਂ ਤੋਂ ਨਵੀਂ ਆਉਂਦੀ ਹੈ। ਜਿਵੇਂ ਖੂਹ ਵਿੱਚੋਂ ਤਾਜ਼ਾ ਪਾਣੀ ਆਉਂਦਾ ਹੈ, ਗਊ ਦੇ ਥਣਾਂ ਵਿੱਚੋਂ ਦੁੱਧ ਨਵਾਂ ਆਉਂਦਾ ਹੈ, ਉਵੇਂ ਹੀ ਮਹਾਂਪੁਰਸ਼ਾਂ ਦੀ ਤੱਕਣੀ ਅਨੋਖੀ ਬਾਣੀ ਵਿੱਚ ਅਲੌਕਿਕ ਰਸ, ਚਾਹੇ ਰੋਜ਼ ਹੀ ਉਹੀ ਬਚਨ ਕਰੀ ਜਾਣ, ਪਰ ਰਸ ਨਵੇਂ ਤੋਂ ਨਵਾਂ ਆਵੇਗਾ। ਮਹਾਂਪੁਰਸ਼ਾਂ ਦੀ ਰਹਿਣੀ ਬਹਿਣੀ ਦਰਸ਼ਨਾਂ ਦਾ ਅਗੰਮੀ ਰਸ, ਤੇਰੇ ਦਰਸ਼ਨ ਵਿਟਹੋਂ ਖੰਨੀਆਂ ਵਈਆਂ, ਮੇਰੇ ਨਾਮ ਵਿਟਹੋਂ ਕੁਰਬਾਨੋ। ਸੋ ਇਸ ਵਾਸਤੇ ਵੇਦ ਨਾਲੋਂ ਮਹਾਂਪੁਰਖ ਦੀ ਮਹਿਮਾ ਲਿਖਤ ਵਿੱਚ ਲਿਆਉਣਾ ਅਸੰਭਵ ਹੈ, ਪਰ ਆਪ ਮਿਹਰ ਕਰਨ ਕੋਈ ਵੱਡੀ ਗੱਲ ਵੀ ਨਹੀਂ। ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ। ਸੰਤਾਂ ਦੀ ਕਿਰਪਾ ਨਾਲ ਤਾਂ ਪਿੰਗਲਾ ਵੀ ਪਹਾੜ ਤੇ ਚੜ ਜਾਂਦਾ। ਜਿਸ ਨੂੰ ਤੂੰ ਜਾਣਾਏ ਹੈ ਸੋਈ ਜਨ ਜਾਣੈ। ਬਾਬਾ ਆਨੰਦ ਸਿੰਘ ਜੀ ਸ੍ਰੀ ਹਜ਼ੂਰ ਸਾਹਿਬ ਕਲਗੀਆਂ ਵਾਲੇ ਸਤਿਗੁਰੂ ਜੀ ਦੀ ਇਸ਼ਨਾਨ ਤੇ ਦਾਤਣ ਦੀ ਪ੍ਰਤੱਖ ਸਮਝ ਕੇ ਸੇਵਾ ਕਰਿਆ ਕਰਦੇ ਸੀ। 1 ਸਾਲ ਸੇਵਾ ਕੀਤੀ। ਇੱਕ ਦਿਨ ਹਜ਼ੂਰ ਨੂੰ ਆਕਾਸ਼ ਬਾਣੀ ਹੋਈ, ਤੁਸੀਂ ਹੁਣ ਸ੍ਰੀ ਦਮਦਮਾ ਸਾਹਿਬ ਜਾ ਕੇ ਪੜ੍ਹਾਈ ਕਰੋ। ਤੇ ਅੱਗੋਂ ਉੱਤਰ ਵਿੱਚ 7 ਬਚਨ ਕਿਹਾ ਤੇ ਤਿਆਰੀ ਕਰ ਲਈ। ਬਾਬਾ ਜੀ ਹਜ਼ੂਰ ਸਾਹਿਬ ਤੋਂ ਫਸਟ ਕਲਾਸ ਦੇ ਡੱਬੇ ਵਿੱਚ ਬਗੈਰ ਟਿਕਟ ਦੇ ਬੈਠ ਗਏ। ਬਗੈਰ ਟਿਕਟ, ਕਿਉਂਕਿ ਬਾਬਾ ਜੀ ਨਾ ਹੀ ਮਾਇਆ ਨੂੰ ਹੱਥ ਲਾਉਂਦੇ ਸੀ ਤੇ ਨਾ ਹੀ ਕਿਸੇ ਤੋਂ ਮਾਇਆ ਮੰਗਦੇ ਸੀ। ਸੋ ਇਸ ਕਾਰਨ ਮਹਾਂਪੁਰਸ਼ ਬਿਨਾਂ ਟਿਕਟ ਤੋਂ ਹੀ ਸਫ਼ਰ ਕਰ ਰਹੇ ਸੀ। ਰਸਤੇ ਵਿੱਚ ਟੀਟੀ ਵੇਖ ਕੇ ਸੋਚਦੇ ਐ ਮਹਾਂਪੁਰਸ਼, ਕਿਤੇ ਟੀਟੀ ਸਾਨੂੰ ਗੱਡੀ ਚੋਂ ਉਤਾਰ ਨਾ ਦੇਵੇ। ਮਹਾਂਪੁਰਸ਼ ਮਨ ਵਿੱਚ ਹੀ ਕਹਿੰਦੇ, ਚਲੋ ਜਿਵੇਂ ਨਿਰੰਕਾਰ ਦੀ ਰਜ਼ਾ। ਆਪਣੇ ਮਨ ਵਿੱਚ ਹੀ ਪੜ੍ਹਨਾ ਸ਼ੁਰੂ ਕਰ ਦਿੱਤਾ। ਅੱਖੀ ਕੱਟਾ ਮੂੰਹ ਵਿੱਚ ਡੱਟਾ, ਬਿਟ ਬਿਟ ਤੱਕੇ ਬੋਲ ਨਾ ਸਕੇ, ਮਾਰਿਆ ਸੱਚੇ ਪਾਤਸ਼ਾਹ ਕਰ ਨੂੰ ਕੂੜ ਹੁਕਮਤਾ।
ਮਹਾਂਪੁਰਸ਼ਾਂ ਨੇ ਜਦੋਂ ਇੰਜ ਪੜ੍ਹਨਾ ਸ਼ੁਰੂ ਕੀਤਾ ਤੇ ਟੀਟੀ ਨੂੰ ਬਾਬਾ ਜੀ ਨਜ਼ਰ ਨਹੀਂ ਆਏ। ਇਸੇ ਤਰ੍ਹਾਂ 3 ਵਾਰੀ ਟੀਟੀ ਆਇਆ ਤੇ ਵੇਖ ਕੇ ਖਾਲੀ ਮੁੜ ਗਿਆ। ਬਾਬਾ ਜੀ ਦਿੱਲੀ ਉਤਰ ਕੇ 1-2 ਦਿਨ ਠਹਿਰ ਦਮਦਮੇ ਪਹੁੰਚੇ। ਨਿਰੰਕਾਰ ਦੀ ਓਟ ਲੈਂਦੇ ਹੋਏ ਇਉਂ ਕਿਹਾ, ਜੋ ਕਿਛ ਕੀਆ ਸੋ ਹਰ ਕੀਆ, ਹਰ ਕੀ ਵਡਿਆਈ, ਹਰ ਜੀ ਤੇਰੇ ਤੂੰ ਵਰਤਦਾ, ਹਰ ਪੂਜ ਕਰਾਈ। ਹੁਣ ਬਾਬਾ ਜੀ ਦਮਦਮਾ ਸਾਹਿਬ ਸੇਵਾ ਕਰਦੇ ਰਹੇ। ਇੱਕ ਦਿਨ ਹਜ਼ੂਰ ਨੂੰ ਆਕਾਸ਼ ਬਾਣੀ ਹੋਈ, ਹੁਕਮ ਪੜ੍ਹਾਈ ਲਈ ਸੀ, ਉਸ ਦੀ ਪਾਲਣਾ ਕਰੋ। ਸੁਣਦਿਆਂ ਹੀ ਹਜ਼ੂਰ ਨੇ ਹੱਥ ਜੋੜ ਕੇ ਸਤਿਕਾਰ ਭਰੀ ਬੇਨਤੀ ਕੀਤੀ ਕਿ ਕਿਸ ਦੇ ਪਾਸੋਂ ਪੜ੍ਹਨਾ ਹੈ। ਗਰੀਬ ਨਿਵਾਜ ਜੀਓ ਦੱਸੋ। ਅੱਗੋਂ ਫਿਰ ਉੱਤਰ ਮਿਲਿਆ, ਲਹਿਰੇ ਖਾਨੇ। ਹਜ਼ੂਰ ਹੁਕਮ ਹੁੰਦੇ ਹੀ ਲਹਿਰੇ ਖਾਨੇ ਚਲੇ ਗਏ। ਇੱਥੋਂ ਤਾਂ ਦਮਦਮਾ ਸਾਹਿਬ ਤੋਂ ਬਾਬਾ ਜੀ ਤੁਰ ਪਏ। ਹਜ਼ੂਰ ਪੜ੍ਹਾਈ ਕਰਨ ਲਈ ਤੁਰ ਪਏ। ਉਧਰ ਲਹਿਰੇ ਖਾਨੇ ਬਾਬਾ ਵਧਾਵਾ ਸਿੰਘ ਜੀ, ਜਿਹੜੇ ਕਿ ਬਾਲ ਜਤੀ ਸੀ, ਬੱਚਿਆਂ ਨੂੰ ਸੰਥਿਆ ਦੇ ਰਹੇ ਸੀ। ਉਹਨਾਂ ਪਾਸ ਇੱਕ ਜੋਤਸ਼ੀ ਆਇਆ ਤੇ ਬਾਬਾ ਜੀ ਦੀ ਸੇਵਾ ਵਿੱਚ ਬੈਠ ਗਿਆ। ਕੁਝ ਹੋਰ ਬਚਨ ਬਲਾਸ ਕਰਨ ਪਿੱਛੋਂ ਬਾਬਾ ਜੀ ਦਾ ਸੱਜਾ ਹੱਥ ਵੇਖ ਕੇ ਕਹਿਣ ਲੱਗਿਆ, ਮਹਾਰਾਜ ਜੀਓ, ਆਪ ਜੀ ਨੂੰ ਇਹ ਸੁਣ ਕੇ ਬੜੀ ਪ੍ਰਸੰਨਤਾ ਹੋਵੇਗੀ ਕਿ ਆਪ ਜੀ ਪਾਸ ਇੱਕ ਐਸਾ ਸੇਵਕ ਪੜ੍ਹਾਈ ਲਈ ਆ ਰਿਹਾ ਹੈ ਜਿਸ ਦੇ ਮਸਤਕ ਉੱਤੇ ਜਲਾਲ ਤੇ ਰੱਬ ਨੂੰ ਪਹੁੰਚਿਆ ਹੋਇਆ ਹੈ, ਅਤੇ ਉਹ ਤੁਹਾਡਾ ਸੇਵਕ ਬਣ ਕੇ ਆਪ ਜੀ ਦੇ ਤਪ ਨੂੰ ਵੀ ਜਗਤ ਵਿੱਚ ਰੋਸ਼ਨ ਕਰੇਗਾ। ਉਸ ਦਾ ਪ੍ਰਤਾਪ 4 ਕੁੰਟਾਂ ਵਿੱਚ ਹੋਵੇਗਾ। ਜੋਤਸ਼ੀ ਤਾਂ ਇਹ ਗੱਲ ਦੱਸ ਕੇ ਚਲਿਆ ਗਿਆ, ਪਰ ਲਹਿਰੇ ਵਾਲੇ ਬਾਬਾ ਜੀ ਐਸੇ ਮਹਾਂਪੁਰਸ਼ ਦੀ ਉਡੀਕ ਵਿੱਚ ਸੀ। ਕੁਝ ਦਿਨਾਂ ਮਗਰੋਂ ਹਜ਼ੂਰ ਪੜ੍ਹਾਈ ਲਈ ਹੁਕਮ ਅਨੁਸਾਰ ਬਾਬਾ ਵਧਾਵਾ ਸਿੰਘ ਜੀ ਦੇ ਡੇਰੇ ਪਹੁੰਚੇ। ਪੁੱਜਦੇ ਸਾਰ ਹੀ ਬੜੇ ਸਤਿਕਾਰ ਤੇ ਆਦਰ ਸਹਿਤ ਮੱਥਾ ਟੇਕਿਆ, ਹੱਥ ਜੋੜ ਕੇ ਬੇਨਤੀ ਕੀਤੀ ਕਿ ਇਸ ਕੂਕਰ ਨੂੰ ਵੀ ਪੜ੍ਹਾਓ। ਬੇਨਤੀ ਦੇ ਸ਼ਬਦ ਨੇ ਬਾਬਾ ਜੀ ਦੇ ਪਵਿੱਤਰ ਮਨ ਤੇ ਜਾਦੂ ਵਰਗਾ ਅਸਰ ਕੀਤਾ। ਬਾਬਾ ਜੀ ਦਾ ਮਨ ਖਿੱਚਿਆ ਗਿਆ। ਹਜ਼ੂਰ ਦਾ ਬਾਬਾ ਵਧਾਵਾ ਸਿੰਘ ਜੀ ਨੇ ਬਹੁਤ ਸਤਿਕਾਰ ਆਦਰ ਕੀਤਾ। ਕਹਿਣ ਲੱਗੇ, ਆਓ ਜੀ ਆਇਆਂ ਨੂੰ, ਤੇ ਬੈਠਣ ਲਈ ਦਰੀ ਦਿੱਤੀ। ਹਜ਼ੂਰ ਨੇ ਫਿਰ ਆਪਣੀ ਬੇਨਤੀ ਦੁਹਰਾਈ। ਸੇਵਕ ਤਾਂ ਆਪ ਜੀ ਦੀ ਪਵਿੱਤਰ ਸੇਵਾ ਵਿੱਚ ਪੜ੍ਹਾਈ ਲਈ ਹਾਜ਼ਰ ਹੋਇਆ। ਇਉਂ ਕਹਿ ਕੇ ਭੁੰਜੇ ਬੈਠ ਗਏ। ਸੰਤ ਨੇ ਸਤਿਗੁਰੂ ਅੱਗੇ ਅਰਦਾਸ ਕੀਤੀ ਤੇ ਫਿਰ ਹਜ਼ੂਰ ਨੂੰ ਪੜ੍ਹਾਉਣ ਲੱਗੇ। ਹਜ਼ੂਰ ਦਾ ਹੱਥ ਫੜ ਕੇ ਊੜਾ ਅੱਖਰ ਲਿਖ ਕੇ ਫਰਮਾਇਆ, ਕਹੋ ਊੜਾ। ਹਜ਼ੂਰ ਨੇ ਵੀ ਅਲਾਇਆ ਊੜਾ। ਕਿਆ ਊੜਾ? ਐਵੇਂ ਕਿਵੇਂ ਪੜ੍ਹਾਉਂਦੇ? ਜਦੋਂ ਅੱਖਰ ਹ ਆਇਆ ਤਾਂ ਸੰਤਾਂ ਨੇ ਫਰਮਾਇਆ, ਕਹੋ ਹਾ ਹਾ। ਹਜ਼ੂਰ ਨੇ ਕਿਹਾ ਹਾ ਹਾ। ਸੰਤਾਂ ਨੇ ਫਰਮਾਇਆ, ਕੱਟਿਆ ਜਮਕਾ ਫਾਹਾ। 35 ਦੇ ਇਹ 5 ਅੱਖਰ ਊੜੇ ਤੋਂ ਹਾਹੇ ਤੱਕ ਹਜ਼ੂਰ ਨੇ ਬਾਬਾ ਵਧਾਵਾ ਸਿੰਘ ਜੀ ਪਾਸੋਂ ਪੜ੍ਹੇ। ਜੰਗਲ ਵਿੱਚ ਬਾਹਰ ਤਪੱਸਿਆ ਕਰਨ ਚਲੇ ਗਏ। ਬਾਬਾ ਜੀ ਨੇ ਚੜ੍ਹਦੇ ਦੀ ਤਰਫ ਕਰੀਕਾਂ ਦੇ ਵਿੱਚ ਆਸਣ ਲਾ ਲਿਆ। ਕੁਝ ਸਮਾਂ ਇੱਥੇ ਤਪੱਸਿਆ ਕਰਦੇ। ਅੰਨ ਜਲ ਬਹੁਤ ਸੂਖਮ ਵਰਤਦੇ ਸੀ। ਉਨੀ ਦੁਨੀਆ ਤੋੜੇ ਬੰਧਨਾ, ਅੰਨ ਪਾਣੀ ਥੋੜਾ ਖਾਇਆ। ਭਾਵ ਦੁਨਿਆਵੀ ਝੰਬੇਲੀ ਛੱਡ ਕੇ ਪ੍ਰਸ਼ਾਦਾ ਵੀ ਘੱਟ ਛਕਦੇ ਸੀ। ਆਥਨ ਨੂੰ ਡੇਰੇ ਵਿੱਚ ਪਹੁੰਚ ਕੇ ਨਾਨਕ ਪ੍ਰਕਾਸ਼ ਦੀ ਕਥਾ ਸਰਵਣ ਕਰਦੇ ਸੀ। ਸਭ ਤੇ ਊਤਮ ਹਰ ਕੀ ਕਥਾ, ਕਹਿੰਦੇ ਸਭ ਤੋਂ ਊਤਮ ਹਰੀ ਪਰਮਾਤਮਾ ਦੀ ਕਥਾ ਸੁਣਿਆ ਕਰਦੇ ਸੀ। ਭਾਵ ਜਿਸ ਦੀ ਕਥਾ ਹੋਵੇ ਉਸ ਨੂੰ ਮਿਲਣ ਨੂੰ ਜੀ ਕਰਦਾ, ਚਿੱਤ ਕਰਦਾ। ਜਦੋਂ ਵੀ ਬਾਬਾ ਜੀ ਨੇ ਡੇਰੇ ਵਿੱਚ ਜਾਣਾ, ਜਿੰਨੇ ਵੀ ਸੇਵਕ ਸੇਵਾ ਕਰਦੇ ਸੀ ਡੇਰੇ ਵਿੱਚ, ਸਭ ਨੇ ਖਾਮੋਸ਼ ਹੋ ਜਾਣਾ। ਭਾਵ ਗੱਲ ਵੀ ਇਸ਼ਾਰੇ ਨਾਲ ਕਰਦੇ ਸੀ। ਕਈ ਵਾਰ ਬਾਬਾ ਜੀ ਦੇ ਕੰਨਾਂ ਵਿੱਚ ਗੱਲਾਂ ਦੀ ਆਵਾਜ਼ ਆ ਵੀ ਜਾਂਦੀ ਤਾਂ ਬਾਬਾ ਜੀ ਨੇ ਉਦੋਂ ਹੀ ਉੱਡ ਜਾਂਦੇ ਸੀ ਵਾਪਸ। ਬਾਬਾ ਜੀ ਦੀ ਇਹ ਅਵਸਥਾ ਸੀ। ਅੰਤਰ ਗੁਰ ਆਰਾਧਨਾ ਜਿਹਵਾ ਜਪ, ਗੁਰ ਨਾਉ ਨੇਤਰੀ ਸਤਿਗੁਰ ਪੇਖਣਾ, ਸਰਵਣੀ ਸੁਣਨਾ ਗੁਰ ਨਾਉ। ਹਿਰਦੇ ਵਿੱਚ ਗੁਰੂ ਦੀ ਆਰਾਧਨਾ, ਰਸਨਾ ਨਾਲ ਸਿਮਰਨ ਕਰਨਾ, ਨੇਤਰਾਂ ਨਾਲ ਗੁਰੂ ਦੇ ਦਰਸ਼ਨ ਕਰਨੇ, ਕੰਨਾਂ ਨਾਲ ਗੁਰੂ ਦੀ ਬਾਣੀ ਜਾਂ ਕਥਾ ਸਰਵਣ ਕਰਨੀ। ਸੋ ਇਸ ਕਾਰਨ ਲਹਿਰੇ ਵਾਲੇ ਸੰਤਾਂ ਨੇ ਰਹਿਣ ਵਾਲੇ ਸੇਵਕਾਂ ਨੂੰ ਹਦਾਇਤ ਕੀਤੀ ਹੋਈ ਸੀ ਕਿ ਇੱਕ ਦਿਨ ਬਾਬਾ ਵਧਾਵਾ ਸਿੰਘ ਜੀ ਨੇ ਕਿਹਾ ਕਿ ਰਿਖੀ ਜੀ, ਸੁਣਿਆ ਹੈ ਜਿੱਥੇ ਤੁਸੀਂ ਕਰੀਰਾਂ ਵਿੱਚ ਰਹਿੰਦੇ ਹੋ ਉੱਥੇ ਇੱਕ ਬਹੁਤ ਭਿਆਨਕ ਸੱਪ ਰਹਿੰਦਾ, ਕਿਤੇ ਨੁਕਸਾਨ ਨਾ ਪਹੁੰਚ ਜੇ। ਕਹੋ ਤਾਂ ਆਦਮੀ ਭੇਜ ਕੇ ਸੱਪ ਨੂੰ ਮਰਵਾ ਦਈਏ। ਇਹ ਸੁਣ ਕੇ ਹਜ਼ੂਰ ਹੱਸ ਪਏ, ਮੁਸਕਰਾ ਪਏ। ਗਰੀਬ ਨਿਵਾਜ, ਉਹ ਸੱਪ ਤੁਹਾਡਾ ਹੀ ਰਾਖੀ ਕਰਨ ਵਾਸਤੇ ਪਹਿਰੇਦਾਰ ਭੇਜਿਆ ਹੋਇਆ। ਬਾਬਾ ਵਧਾਵਾ ਜੀ ਇਹ ਗੱਲ ਸੁਣ ਕੇ ਚੁੱਪ ਕਰ ਗਏ। ਮਨ ਵਿੱਚ ਵਿਚਾਰ ਕੀਤੀ ਕਿ ਇਹ ਅਵਸਥਾ ਬਾਬਾ ਜੀ ਦੀ ਹੁਣ ਬਣ ਗਈ ਹੈ। ਜਹ ਜਹ ਪੇਖੋ ਤਹ ਹਜ਼ੂਰ, ਦੂਰ ਕਤ ਹੋ ਨਾ ਜਾਈ। ਕਹਿੰਦੇ ਗੁਰ ਪਰਮੇਸ਼ਰ ਏਕੋ ਜਾਨ। ਭਾਵ ਸਭ
ਸਾਰੇ ਕੰਮ ਨਿਰੰਕਾਰ ਭਗਤਾਂ ਦੇ ਆਪ ਕਰਦਾ ਹੈ। ਨਿਰੰਕਾਰ ਗੁਰੂ ਦੇ ਵਿੱਚੋਂ ਹੀ ਦਿਖਣਾ ਹੈ। ਜੇ ਨਿਰੰਕਾਰ ਦੀ ਸਾਹਮਣੇ ਬੈਠ ਕੇ ਉਪਮਾ ਕਰਨੀ ਹੋਵੇ ਤਾਂ ਗੁਰੂ ਦੀ ਕਰੇ। ਇੱਕ ਦਿਨ ਸਿਮਰਨ ਕਰਦਿਆਂ ਕਰਦਿਆਂ, ਤਪੱਸਿਆ ਨਿਤਨੇਮ ਕਰਦਿਆਂ, ਅਭਿਆਸ ਕਰਦਿਆਂ ਬਾਬਾ ਜੀ ਐਸੇ ਸਮਾਧੀ ਵਿੱਚ ਲੀਨ ਹੋਏ 3 ਦਿਨ ਬੀਤ ਗਏ। ਤੇ ਇੱਕ ਸੱਜਣ ਇਹ ਕੌਤਕ ਰੋਜ਼ ਵੇਖ ਰਿਹਾ ਸੀ ਤੇ ਉਹਨੇ ਜਾ ਕੇ ਬਾਬਾ ਵਧਾਵਾ ਸਿੰਘ ਜੀ ਦੀ ਸੇਵਾ ਵਿੱਚ ਬੇਨਤੀ ਕੀਤੀ ਕਿ ਆਪ ਜੀ ਦੇ ਸੇਵਕ 3 ਦਿਨਾਂ ਤੋਂ ਐਸੇ ਸਮਾਧੀ ਵਿੱਚ ਅਸਥਿਤ ਹੋਏ ਕਿ ਸਰੀਰ ਦੀ ਸੁੱਧ ਨਹੀਂ ਰਹੀ ਉਹਨਾਂ ਨੂੰ। ਬਾਬਾ ਵਧਾਵਾ ਸਿੰਘ ਜੀ ਨੇ ਸੁਣਦੇ ਸਾਰ ਹੀ ਹਜ਼ੂਰ ਦੀ ਸੁਰਤ ਲੈਣ ਲਈ ਤਿਆਰੀ ਕਰ ਲਈ। ਜਾ ਕੇ ਤੱਕਿਆ, ਵਾਕਈ ਬੇਸੁੱਧ ਪਏ, ਬੇਸੁੱਧ ਹੋਏ ਨੇ। ਤਾਂ ਬਾਬਾ ਜੀ ਨੇ ਹਜ਼ੂਰ ਨੂੰ ਮੰਜੇ ਤੇ ਪਾ ਲਿਆ। ਪੱਕੀ ਪੁੱਛੋ ਜਿਹੜੀ ਕਿ ਉੱਥੋਂ 6 ਮੀਲ ਤੇ ਸੀ, ਸੇਵਕਾ ਪਾਸੋਂ ਚੁਕਾ ਕੇ ਲੈ ਆਂਦਾ। ਸੋ ਸਾਧ ਸੰਗਤ ਜੀ, ਇਤਿਹਾਸ ਬਹੁਤ ਲੰਬੇਰਾ ਹੈ। ਅਗਲੇ ਪਾਰਟ ਵਿੱਚ, ਅਗਲੀ ਵੀਡੀਓ ਵਿੱਚ ਆਪਾਂ ਅਗਲਾ ਇਤਿਹਾਸ ਸਰਵਣ ਕਰਾਂਗੇ। ਸੋ ਇੰਨੀ ਕੁ ਬੇਨਤੀ ਪ੍ਰਵਾਨ ਕਰਨੀ। ਸਤਿਗੁਰੂ ਮਿਹਰ ਕਰਨ। ਧੰਨ ਗੁਰੂ ਰਾਮਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਕਮੈਂਟ ਵਿੱਚ ਜਾ ਕੇ ਵਾਹਿਗੁਰੂ ਲਿਖਣਾ ਨਾ ਭੁੱਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।